ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦਾਸ ਧੰਨ ਸ੍ਰੀ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਹੁਕਮ ਨਾ ਕਿਹਾ ਜਾਈ, ਇਸ ਦੇ ਉੱਪਰ ਆਪਣੀ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਿਵੇਂ ਕਿ ਗੁਰਬਾਣੀ ਦੀ ਜਿਹੜੀ ਗਹਿਰਾਈ ਹੈ ਬੜੀ ਗਹਿਰੀ ਹੈ, ਬਹੁਤ ਭਾਰੀ ਆ ਤੇ ਸਮਝ ਬੂਝ ਤੋਂ ਵੀ ਪਰੇ ਹੈ। ਪਰ ਪਰਮੇਸ਼ਰ ਕਿਉਂਕਿ ਆਪ ਹਰੇਕ ਚੀਜ਼ ਦਾ ਕਰਤਾ ਹੈ, ਉਸੇ ਹੀ ਵਾਹਿਗੁਰੂ ਜੀ ਨੇ ਕੁਦਰਤ ਨੂੰ ਸਾਜ ਕੇ ਆਪ ਉਸ ਕੁਦਰਤ ਦੇ ਵਿੱਚ ਸਮਾਈ ਕਰਕੇ ਸਾਰੇ ਕਾਰਜ ਜਿਹੜੇ ਹਨ ਕੁਦਰਤ ਦੇ ਵਿੱਚੋਂ ਹੀ ਉਹ ਅਕਾਲ ਸ਼ਕਤੀ ਕਰਦੀ ਹੈ। ਪਰ ਉਹਦਾ ਜਿਹੜਾ ਹੁਕਮ ਹੈ ਨਾ, ਉਹ ਹਰੇਕ ਉਸ ਦੀ ਬਣਾਈ ਹੋਈ ਜੋ ਕਾਇਨਾਤ ਹੈਗੀ ਆ, ਜੋ ਕੁਦਰਤ ਹੈਗਾ, ਉਹਦੇ ਅੰਦਰ ਸਭ ਦੇ ਵਿੱਚ ਚੱਲਦਾ ਹੈਗਾ। ਵਾਹਿਗੁਰੂ ਜੀ ਦਾ ਹੁਕਮ ਕੀ ਹੈ, ਇਹ ਕੋਈ ਕਹਿ ਨਹੀਂ ਸਕਦਾ ਕਿ ਜੋ ਵਸਤੂ ਉਸ ਨੇ ਬਣਾਈ ਹੈ ਨਾ, ਉਸ ਵਸਤੂ ਦਾ ਜੋ ਚੱਕਰ ਵਿਊ ਹੈ, ਇਹ ਜਿਹੜੀ ਵਸਤੂ ਬਣਾਈ ਹੈ, ਫਰਜ਼ ਕਰੋ ਸੂਰਜ ਚੰਦਰਮਾ ਬਣਾਏ ਹੈ। ਇਹ ਸੂਰਜ ਚੰਦਰਮਾ ਜਿਹੜੇ ਹੈ ਇਹ ਕਿੰਨੇ ਸਾਲ ਤੱਕ ਚੱਲਣਗੇ, ਇਹਨਾਂ ਦੀ ਸ਼ਕਤੀ ਕਿਤੇ ਘੱਟ ਤਾਂ ਨਹੀਂ ਜਾਵੇਗੀ। ਇਹਨਾਂ ਦੀ ਜਿਹੜੀ ਊਰਜਾ ਹੈਗੀ ਆ, ਇਹਨੂੰ ਉਹ ਅਕਾਲ ਸ਼ਕਤੀ ਲਗਾਤਾਰ ਨਿਰੰਤਰ ਜਿਹੜੀ ਹੈ ਉਹ ਆਪਣੀ ਸੱਤਾ ਦੇ ਕੇ ਚਲਾ ਰਹੀ ਆ। ਅਤੇ ਇਸ ਦੇ ਤਹਿਤ ਹੀ ਹਰੇਕ ਚੀਜ਼ ਦਾ ਜੋ ਨਿਯਮ ਕਾਨੂੰਨ ਉਸ ਅਕਾਲ ਸ਼ਕਤੀ ਨੇ ਬਣਾਇਆ ਹੈਗਾ, ਦੂਸਰਾ ਕੋਈ ਬਣਾ ਨਹੀਂ ਸਕਦਾ। ਕਿਉਂਕਿ ਸਾਰੇ ਜੋ ਕਾਰਜ ਹਨ ਆਪਣੇ ਆਪ ਉਹ ਪਰਮੇਸ਼ਰ ਇਸ ਕੁਦਰਤ ਦੀ ਖੇਡ ਦੇ ਵਿੱਚ ਰਹਿ ਕੇ ਆਪ ਹੀ ਉਹ ਚਲਾ ਰਿਹਾ ਹੈਗਾ। ਅਤੇ ਉਹਦੇ ਵਿੱਚ ਜੋ ਉਹਦਾ ਹੁਕਮ ਵਰਤਦਾ ਹੈਗਾ, ਉਸ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ ਹੈਗਾ ਕਿ ਇਸ ਵਸਤੂ ਦੇ ਪ੍ਰਤੀ ਅਕਾਲ ਪੁਰਖ ਦਾ ਕੀ ਸੰਦੇਸ਼ ਵਾ, ਕੀ ਹੁਕਮ ਹੈ, ਕੀ ਉਦੇਸ਼ ਹੈਗਾ। ਇਹ ਚੀਜ਼ਾਂ ਜਿਹੜੀਆਂ ਹਨ ਇਹ ਕਿਸੇ ਦੀ ਸਮਝ ਬੁੱਧੀ ਤੋਂ ਪਰੇ ਦੀਆਂ ਹਨ। ਕਿਉਂਕਿ ਉਹ ਕਾਲ ਸ਼ਕਤੀ ਜਦ ਇੱਕ ਤੋਂ ਅਨੇਕ ਹੋ ਕੇ ਇਸ ਬ੍ਰਹਿਮੰਡ ਦੀ ਰਚਨਾ ਨੂੰ ਚਲਾਉਂਦੀ ਆ, ਤਾਂ ਫਿਰ ਉਹਦਾ ਜੋ ਚੱਲ ਰਿਹਾ ਸਾਰਾ ਵਿਧੀ ਵਿਧਾਨ ਹੈਗਾ, ਇਸ ਨੂੰ ਮਨੁੱਖੀ ਜਿਹੜੀ ਨਾ ਸੋਚ ਹੈਗੀ ਆ, ਇਹ ਆਪਣੇ ਦਾਇਰੇ ਅਕਲ ਦੇ ਵਿੱਚ ਕੈਦ ਨਹੀਂ ਕਰ ਸਕਦੀ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਕਿ ਹੁਕਮੀ ਹੋਵਨ ਆਕਾਰ, ਇਸ ਪਸਾਰਾ ਤਾਂ ਉਹਦੇ ਹੁਕਮ ਦੇ ਵਿੱਚ ਹੁੰਦਾ ਹੈ, ਪਰ ਹੁਕਮ ਨਾ ਕਿਹਾ ਜਾਈ ਇਹ ਕੋਈ ਕਹਿ ਨਹੀਂ ਸਕਦਾ ਹੈਗਾ। ਇਹੋ ਹੀ ਬੜਾ ਆਸ਼ਚਰਜ ਭੇਦ ਹੈ। ਭਾਵੇਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਇਨਸਾਨ ਹੈ ਉਹ ਕੋਸ਼ਿਸ਼ ਕਰਦੇ ਆ ਕਿ ਇਸ ਵਿਸ਼ਾਲ ਰਚਨਾ ਦਾ ਜੋ ਮੁੱਢ ਹੈ ਜਾਂ ਐਂਡ ਹੈ ਜਾਂ ਇਹਦਾ ਵਰਤਾਰਾ ਹੈਗਾ, ਇਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਰੱਖਿਆ ਜਾਵੇ। ਪਰ ਅਸਲ ਦੇ ਵਿੱਚ ਕੀ ਹੈ, ਇਹ ਸਾਰੀਆਂ ਚੀਜ਼ਾਂ ਹਨ ਇੱਕ ਝਖਾ ਮਾਰਨ ਵਾਲੀ ਗੱਲ ਹੈਗੀ ਆ। ਕਿਉਂ ਇਹ ਜੋ ਸਾਰੀ ਖੇਡ ਹੈ ਨਾ ਅਸਲੀਅਤ ਤੋਂ ਹਜ਼ਾਰਾਂ ਲੱਖਾਂ ਕਰੋੜਾਂ ਕੋ ਦੂਰ ਹੁੰਦੀ ਹੈ। ਕਿਉਂ ਇਹ ਜਿਹੜੀ ਜੋ ਰਚਨਾ ਪਰਮੇਸ਼ਰ ਨੇ ਬਣਾਈ ਹੈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਉਹ ਐਸੇ ਹੀ ਹੁਕਮ ਨੂੰ ਆਪ ਜਾਣਦਾ ਹੈਗਾ। ਜਿਵੇਂ ਆਪਾਂ ਦੇਖਦੇ ਹਾਂ ਕਿ ਹਰੇਕ ਚੀਜ਼ ਦੇ ਵਿੱਚ ਵਾਹਿਗੁਰੂ ਜੀ ਨੇ ਭਿੰਨਤਾ ਬਣਾਤੀ ਹੈ। ਅਗਰ ਪਰਮੇਸ਼ਰ ਨੇ ਬਨਸਪਤੀ ਬਣਾਈ ਹੈ, ਇੱਕ ਬਨਸਪਤੀ ਦੀ ਇੱਕ ਸ਼ਾਖਾ ਦੇ ਅੰਦਰ ਆਪਾਂ ਅਗਰ ਗੱਲ ਕਰੀਏ ਕਿ ਉਹਦੇ ਵਿੱਚ ਇੱਕ ਨਹੀਂ ਅਨੇਕਾਂ ਦਰਖਤ ਪੈਦਾ ਕਰ ਦਿੱਤੇ। ਸੋ ਇੱਕ ਗੁਣ ਅਤੇ ਇੱਕੋ ਹੀ ਦਰਖਤ ਦੇ ਵਿੱਚ ਜਦ ਲੱਖਾਂ ਦਰਖਤ ਜਦੋਂ ਬਣਦੇ ਹੈਗੇ, ਬੂਟੇ ਬਣਦੇ ਹੈ, ਲੇਕਿਨ ਹਰੇਕ ਦਾ ਜਿਹੜੀ ਭਿੰਨਤਾ ਹੈ ਨਾ ਉਹ ਵੀ ਅਲੱਗ-ਅਲੱਗ ਪਾਈ ਜਾਂਦੀ। ਕੋਈ ਦਰਖਤ ਦੂਸਰੇ ਦਰਖਤ ਵਰਗਾ ਨਹੀਂ, ਇੱਥੋਂ ਤੱਕ ਕੋਈ ਪੱਤਾ ਦੂਸਰੇ ਪੱਤੇ ਵਰਗਾ ਨਹੀਂ, ਕੋਈ ਫਲ ਦੂਸਰੇ ਫਲ ਵਰਗਾ ਨਹੀਂ। ਅਤੇ ਇਹ ਸਾਰੀ ਖੇਡ ਜਿਹੜੀ ਹੈ ਨਾ ਇਹ ਉਸ ਦਰਖਤ ਦੇ ਰੰਗ ਦੇ ਵਿੱਚ, ਰੂਪ ਦੇ ਵਿੱਚ, ਗੰਧ ਦੇ ਵਿੱਚ, ਅਤੇ ਉਹਦਾ ਜੋ ਸਵਾਦ ਹੈਗਾ, ਹਰੇਕ ਚੀਜ਼ ਦੇ ਵਿੱਚ ਭਿੰਨਤਾ ਪਰਮੇਸ਼ਰ ਨੇ ਅਲੱਗ-ਅਲੱਗ ਬਣਾਈ ਹੈਗੀ ਹੈ। ਕੋਈ ਚੀਜ਼ ਇੱਕ ਦੂਸਰੇ ਦੇ ਨਾਲ ਮਿਲਦੀ ਨਹੀਂ ਹੈ, ਮੈਚ ਨਹੀਂ ਕਰ ਸਕਦੀ ਹੈ। ਕਮਾਲ ਹੈ ਉਸ ਅਕਾਲ ਸ਼ਕਤੀ ਵਾਹਿਗੁਰੂ ਜੀ ਦੇ ਕਿ ਹਰੇਕ ਚੀਜ਼ ਜਿਵੇਂ ਬਾਣੀ ਨੇ ਕਿਹਾ ਹੈ ਕਿ ਸਤਿਗੁਰ ਸਾਚੇ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਪਾਇਆ, ਹਰੇਕ ਚੀਜ਼ ਦੇ ਵਿੱਚ ਭਿੰਨਤਾ ਪੈਦਾ ਕਰਕੇ। ਲੇਕਿਨ ਇਹ ਸਾਰੀ ਜਿਹੜੀ ਭਿੰਨਤਾ ਹੈ ਨਾ ਫਿਰ ਵੀ ਇੱਕ ਸੁਰ ਹੋ ਕੇ ਇੱਕ ਦੂਸਰੇ ਦੇ ਨਾਲ ਜੁੜ ਕੇ ਇਹ ਸਾਰੇ ਕਾਰਜ ਕਰਦੀ ਹੈ।
ਜਿਵੇਂ ਇੱਕ ਦਰਖਤ ਨੂੰ ਇੱਕ ਨਹੀਂ ਅਨੇਕਾਂ ਪੱਤੇ ਲੱਗੇ ਆ, ਲੇਕਿਨ ਇਹ ਕੋਈ ਕਹਿ ਨਹੀਂ ਸਕਦਾ ਹੈਗਾ ਕਿ ਇਹ ਜਿਹੜੇ ਅਨੇਕਾਂ ਪੱਤੇ ਹੈ ਕਿ ਹਰੇਕ ਪੱਤੇ ਦਾ ਜਿਹੜੀ ਬਣਤਰ ਹੈ ਦੂਸਰੇ ਪੱਤੇ ਤੋਂ ਵੱਖਰੀ ਹੈ। ਲੇਕਿਨ ਇਹ ਜ਼ਰੂਰੀ ਨਹੀਂ ਕਿ ਇੱਕ ਪੱਤਾ ਦੂਸਰੇ ਪੱਤੇ ਵਾਂਗ ਹੀ ਕੰਮ ਕਰਦਾ ਹੈ। ਥੋੜ੍ਹਾ ਬਹੁਤ ਸਭ ਦੇ ਕੰਮਾਂ ਦੇ ਵਿੱਚ ਜਿਹੜਾ ਨਾ ਪੱਤਿਆਂ ਦੇ ਫੰਕਸ਼ਨ ਦੇ ਵਿੱਚ ਵੀ ਫਰਕ ਪਾਇਆ ਜਾਂਦਾ ਹੈ। ਜਿਵੇਂ ਮਨੁੱਖ ਹੈ ਤਾਂ ਜਾਤ ਇੱਕੋ ਹੀ ਹੈ, ਲੇਕਿਨ ਮਨੁੱਖ ਦੇ ਵਿੱਚ ਅਨੇਕ ਤਰ੍ਹਾਂ ਦੀਆਂ ਭਿੰਨਤਾਂ ਪਾਈਆਂ ਜਾਂਦੀਆਂ, ਸੁਭਾਅ ਦੇ ਵਿੱਚ, ਖਾਣ ਦੇ ਵਿੱਚ, ਪਹਿਰਾਵੇ ਦੇ ਵਿੱਚ, ਪਸੰਦ ਦੇ ਵਿੱਚ, ਬੋਲ ਚਾਲ, ਤੁਰਨ ਫਿਰਨ ਦੇ ਵਿੱਚ। ਜਦ ਇਸ ਤਰ੍ਹਾਂ ਦੀਆਂ ਇੱਕ ਨਹੀਂ ਅਨੇਕਾਂ ਭਿੰਨਤਾਂ ਹੁੰਦੀਆਂ, ਇਸ ਤਰ੍ਹਾਂ ਇਹ ਸਾਰੀਆਂ ਜੋ ਭਿੰਨਤਾਵਾਂ ਇਹ ਵਾਹਿਗੁਰੂ ਜੀ ਨੇ ਹਰੇਕ ਕੁਦਰਤ ਦੇ ਵਿੱਚ, ਹਰੇਕ ਜਾਤ ਦੇ ਵਿੱਚ ਪਾਤੀਆਂ। ਦੇਖੋ, ਇੱਕ ਧਰਤੀ ਵਾਹਿਗੁਰੂ ਜੀ ਨੇ ਬਣਾਈ ਆ। ਜਦ ਇਹ ਜਿਹੜੀ ਨਾ ਪ੍ਰਿਥਵੀ ਵਾਹਿਗੁਰੂ ਜੀ ਨੇ ਬਣਾਈ ਆ, ਇਸ ਧਰਤੀ ਦੇ ਵਿੱਚ ਇੱਕ ਨਹੀਂ ਅਨੇਕਾਂ ਰੰਗ ਭਰ ਦਿੱਤੇ ਆ। ਇੱਕ ਮਿਠਾਸ ਨਹੀਂ, ਅਨੇਕ ਤਰ੍ਹਾਂ ਦੀ ਮਿਠਾਸ ਹੈ, ਪਰ ਸਾਰੇ ਰੰਗ, ਸਾਰੀਆਂ ਮਿਠਾਸਾਂ ਉਸ ਚੀਜ਼ ਦੇ ਗੁਣ ਦੇ ਨਾਲ ਜੁੜ ਕੇ ਉਹ ਆਪਣਾ ਜਿਹੜਾ ਨਾ ਪ੍ਰਗਟਾਵਾ ਹੈਗਾ ਇਸ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਕਰਦੀਆਂ। ਦੇਖੋ, ਜਿਵੇਂ ਫੁੱਲ ਹੈ, ਇੱਕ ਫੁੱਲ ਨਹੀਂ ਅਨੇਕਾਂ ਤਰ੍ਹਾਂ ਦੇ ਰੰਗ ਹੈਗੇ ਆ ਇੱਕੋ ਹੀ ਕਿਸਮ ਦੇ ਫੁੱਲ ਦੇ ਵਿੱਚ, ਲੇਕਿਨ ਪਰਮੇਸ਼ਰ ਕਿਵੇਂ ਉਸ ਗੁਣ ਦੇ ਨਾਲ ਉਸ ਵਸਤੂ ਨੂੰ ਜੋੜ ਕੇ ਇਸ ਚੀਜ਼ ਦਾ ਉਹ ਪ੍ਰਗਟਾਵਾ ਸ਼ਕਤੀ ਕਰਦੀ ਆ। ਲੇਕਿਨ ਇਨਸਾਨ ਦੀ ਬੁੱਧੀ ਜਿਹੜੀ ਹੈ ਨਾ ਇਸ ਚੀਜ਼ ਨੂੰ ਪਕੜ ਵਿੱਚ ਨਹੀਂ ਲਿਆ ਸਕਦੀ ਕਿ ਜੋ ਅਨੇਕਾਂ ਰੰਗ ਇਸ ਮਿੱਟੀ ਦੇ ਵਿੱਚ ਕਿਸੇ ਜੜ ਵਸਤੂ ਨੂੰ ਪ੍ਰਾਪਤ ਹੁੰਦੇ ਆ, ਅਤੇ ਲੇਕਿਨ ਉਹ ਕਿਵੇਂ ਜਿਹੜੇ ਹੈ ਉਹਦੇ ਨਾਲ ਮਿਲ ਕੇ ਉਹ ਇਸ ਦ੍ਰਿਸ਼ਟਮਾਨ ਵਿੱਚ ਪ੍ਰਗਟ ਹੁੰਦੇ ਆ। ਅਤੇ ਮਨੁੱਖੀ ਸੋਚ ਇੱਥੋਂ ਤੱਕ ਹੈਰਾਨ ਹੋ ਜਾਂਦੀ ਆ ਕਿ ਇਹ ਜਿਹੜੇ ਇੱਕ ਨਹੀਂ ਅਨੇਕਾਂ ਰੰਗ ਜੋ ਨਿਕਲਦੇ ਆ, ਕਿਤੇ ਇਸ ਰੰਗਾਂ ਦੇ ਅੰਦਰ ਜਿਹੜੀ ਹੈਗੀ ਆ ਜੋ ਖੂਬਸੂਰਤੀ ਹੈ ਕਿਤੇ ਸਮਾਂ ਪਾ ਕੇ ਘੱਟ ਤੋਂ ਨਹੀਂ ਜਾਏਗੀ, ਜਾਂ ਜੋ ਸੂਰਜ ਚੰਦ ਸਿਤਾਰੇ ਚੱਲਦੇ ਆ ਇਹਨਾਂ ਦੀ ਚਮਕ ਕਿਤੇ ਘੱਟ ਤਾਂ ਨਹੀਂ ਜਾਏਗੀ ਕਿ ਕਿਤੇ ਇਹ ਜਿਹੜੀਆਂ ਜੋ ਵਸਤੂਆਂ ਹੈ ਇਹ ਇਹਨਾਂ ਦੇ ਕੰਮ ਕਰਨ ਦੀ ਗਤੀ, ਸ਼ਕਤੀ ਜਾਂ ਬਣਤਰ ਕਿਸੇ ਤਰ੍ਹਾਂ ਦੀ ਜਿਹੜੀ ਇਹਦੇ ਵਿੱਚ ਕੋਈ ਤਬਦੀਲੀ ਤਾਂ ਨਹੀਂ ਆ ਸਕਦੀ। ਇਹ ਸਾਰੀਆਂ ਜਿਹੜੀਆਂ ਨਾ ਗੱਲਾਂ ਹੈਗੀਆਂ ਇਹ ਮਨੁੱਖ ਦੀ ਸੋਚ ਬੁੱਧੀ ਤੋਂ ਪਰੇ ਹੈ, ਕਿਉਂਕਿ ਸਭ ਦਾ ਕਰਤਾ ਧਰਤਾ ਆਪ ਉਹ ਅਕਾਲ ਸ਼ਕਤੀ ਹੈਗੀ ਆ। ਉਹੀ ਹੀ ਅਕਾਲ ਸ਼ਕਤੀ ਹਰੇਕ ਬਣਾਉਣ ਦੇ ਵਿੱਚ ਅਤੇ ਢਾਉਣ ਦੇ ਵਿੱਚ ਉਹ ਸਾਰੇ ਕਾਰਜ ਕਰਦੀ ਹੈ। ਅਗਰ ਉਹ ਦਰਖਤ ਦੇ ਪੱਤੇ ਨੂੰ ਅਗਰ ਮਿਟਾ ਵੀ ਦਿੰਦੀ ਹੈਗੀ ਹੈ, ਫਿਰ ਉਹਦੀ ਜਗ੍ਹਾ ਇੱਕ ਨਵਾਂ ਖੂਬਸੂਰਤ ਪੱਤਾ ਪੈਦਾ ਕਰ ਦਿੰਦੀ। ਅਗਰ ਇੱਕ ਫੁੱਲ ਦੀ ਜਿਹੜੀ ਉਮਰ ਹੈਗੀ ਆ ਜਦ ਉਹ ਪੂਰੀ ਹੁੰਦੀ ਹੈ, ਉਸ ਦੀ ਜਗ੍ਹਾ ਇੱਕ ਨਵਾਂ ਫੁੱਲ ਉਹਦੇ ਵਿੱਚੋਂ ਅਕਾਲ ਸ਼ਕਤੀ ਪੈਦਾ ਕਰਦੀ ਹੈਗੀ ਆ। ਭਾਵ ਕੀ ਹੈ ਕਿ ਹਰੇਕ ਫੁੱਲ, ਹਰੇਕ ਚੀਜ਼, ਹਰੇਕ ਵਸਤੂ ਜਿਹੜੀ ਪ੍ਰਗਟ ਹੁੰਦੀ ਹੈ ਉਹ ਆਪਣਾ ਕਾਰਜ ਚਾਹੇ ਥੋੜ੍ਹੇ ਸਮੇਂ ਵਾਸਤੇ ਚਾਹੇ ਲੰਬੇ ਸਮੇਂ ਵਾਸਤੇ ਕਰਕੇ ਹਨ ਅਤੇ ਇਸ ਸੰਸਾਰ ਦੇ ਵਿੱਚੋਂ ਫਿਰ ਰੁਖਸੂ ਹੋ ਜਾਂਦੀ ਹੈ। ਇਸੇ ਕਰਕੇ ਸਾਨੂੰ ਗੁਰਬਾਣੀ ਕਿਹਾ ਕਿ ਮਰਨ ਲਿਖਾਏ ਮੰਡਮ ਪਿਆਏ, ਕਿ ਹਰੇਕ ਨੇ ਪਹਿਲਾਂ ਮਰਨ ਤਾਂ ਲਿਖਾਇਆ ਹੈ। ਇਹ ਤਾਂ ਜਿਹੜੀ ਹੈ ਨਾ ਚੀਜ਼ ਜ਼ਾਹਰਾ ਤੌਰ 'ਤੇ ਪ੍ਰਗਟ ਹੈਗੀ ਆ ਕਿ ਜੋ ਆਇਆ ਸੋ ਚੱਲ ਸੀ, ਕਿ ਜਿਹੜੀ ਚੀਜ਼ ਸੰਸਾਰ ਦੇ ਵਿੱਚ ਆਈ ਇੱਕ ਦਿਨ ਉਹਨੇ ਖਤਮ ਹੋਣਾ ਹੈ, ਪਰ ਇਹ ਕੋਈ ਕਹਿ ਨਹੀਂ ਸਕਦਾ ਹੈਗਾ ਕਿ ਉਹ ਕਦ ਖਤਮ ਹੋਊਗੀ, ਕਿਵੇਂ ਹੋਊਗੀ, ਉਹਦਾ ਕੀ ਕਾਰਨ ਬਣੂਗਾ। ਅਗਰ ਕਿਸੇ ਬ੍ਰਿਕਸ਼ ਨੂੰ ਕੋਈ ਫਲ ਲੱਗਦਾ ਹੈਗਾ ਅਤੇ ਲੇਕਿਨ ਇਹ ਨਹੀਂ ਕੋਈ ਕਹਿ ਸਕਦਾ ਕਿ ਇਸ ਬ੍ਰਿਕਸ਼ ਜਿਹੜੀ ਦੀ ਉਮਰ ਇੰਨੀ ਹੈਗੀ ਆ, ਇੰਨੀ ਉਮਰ ਦੇ ਵਿੱਚ ਇਸ ਰੁੱਖ ਨੂੰ ਇੰਨੇ ਪੱਤੇ ਲੱਗਣਗੇ ਅਤੇ ਇੰਨੇ ਫਲ ਲੱਗਣਗੇ, ਇਹਨਾਂ ਦੇ ਵਿੱਚੋਂ ਇੰਨੇ ਪੱਤੇ, ਇੰਨੇ ਫਲ ਫਲਾਣੇ ਸਮੇਂ ਦੇ ਵਿੱਚ ਜਿਹੜੇ ਹੈ ਨਾ ਉਹ ਸਮਾਂ ਪਾ ਕੇ ਖਤਮ ਹੋ ਜਾਣਗੇ, ਮੁਰਝਾ ਜਾਣਗੇ, ਇੰਨੇ ਨਵੇਂ ਲੱਗਣਗੇ। ਲੇਕਿਨ ਇਹਦੇ ਬਾਰੇ ਹੈ ਨਾ ਕੋਈ ਦੱਸ ਨਹੀਂ ਸਕਦਾ, ਨਾ ਤਾਂ ਕੋਈ ਕਿਆਸ ਕਰ ਸਕਦਾ ਹੈ, ਨਾ ਦੱਸ ਸਕਦਾ ਹੈ ਕਿ ਇਸ ਜੋ ਰੁੱਖ ਹੈ ਇਹਦੀ ਉਮਰ ਕਿੰਨੀ ਹੈ ਅਤੇ ਇਹਦੇ ਫਲਾਂ ਦੇ ਵਿੱਚ ਜਿਹੜੇ ਗੁਣ ਹੈਗੇ ਆ ਉਹ ਕਿਸ ਤਰ੍ਹਾਂ ਦੇ ਪੈਦਾ ਹੋਣਗੇ। ਇਹ ਚੀਜ਼ਾਂ ਸਾਰੀਆਂ ਅੱਗੇ ਤੋਂ ਅੱਗੇ ਹੈ ਨਾ ਇਨਸਾਨੀ ਬੁੱਧੀ ਦੀ ਪਕੜ ਦੇ ਵਿੱਚ ਨਹੀਂ ਹੈ, ਕਿਉਂਕਿ ਅਗਰ ਕੋਈ ਵੀ ਬੀਰਜ ਵੀ ਕਿਸੇ ਫਲ ਦੇ ਵਿੱਚ ਪੈਦਾ ਹੋਇਆ ਹੈ ਨਾ, ਉਸ ਬੀਰਜ ਦਾ ਜੀਵਨ ਜਿਹੜਾ ਹੈਗਾ ਕਿ ਉਹ ਪੌਦਾ ਬਣ ਕੇ ਕਿੱਥੇ ਖੜੇਗਾ, ਉਹਨੂੰ ਕਿੰਨੇ ਪੱਤੇ ਲੱਗਣਗੇ, ਕਿੰਨੇ ਫਲ ਲੱਗਣਗੇ, ਉਹਨਾਂ ਵਿੱਚ ਕਿੰਨਾ ਰਸ ਆਵੇਗਾ, ਹਰੇਕ ਪੱਤਾ ਦੂਸਰੇ ਪੱਤੇ ਨਾਲ ਜੋੜ ਕੇ ਕਿਵੇਂ ਕੰਮ ਕਰੇਗਾ। ਇਹ ਜੋ ਸਾਰੀ ਕਿਰਿਆ ਹੈ ਨਾ ਇਹ ਪਰਮੇਸ਼ਰ ਨੇ ਹੁਕਮ ਦੇ ਵਿੱਚ ਪਹਿਲਾਂ ਹੀ ਬੰਨ੍ਹ ਦਿੱਤੀ ਹੁੰਦੀ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜੋ ਗਿਆਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਪੂਰੇ ਜਗਤ ਦੇ ਵਿੱਚ ਦੱਸਿਆ ਹੈਗਾ,
ਉਹਦੇ ਵਿੱਚ ਬਸ ਇੰਨਾ ਹੀ ਦੱਸਿਆ ਹੈਗਾ ਕਿ ਉਸ ਪਰਮੇਸ਼ਰ ਦੇ ਇਹਨਾਂ ਹੁਕਮਾਂ ਨੂੰ ਕੋਈ ਬੁੱਝ ਨਹੀਂ ਸਕਦਾ, ਕੋਈ ਗਿਆਨ ਨਹੀਂ ਕਰ ਸਕਦਾ, ਕੋਈ ਦੱਸ ਨਹੀਂ ਸਕਦਾ। ਅਗਰ ਕੋਈ ਦੱਸਣ ਦਾ ਯਤਨ ਵੀ ਕਰੇ ਹੈ ਨਾ, ਫਿਰ ਉਹਨੂੰ ਪਛਤਾਉਣਾ ਪੈਂਦਾ ਹੈ। ਕਿਉਂ? ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਪਹੁੰਚ ਬੁੱਧੀ ਪਕੜ ਤੋਂ ਪਰੇ ਹੁੰਦੀਆਂ ਹੈ। ਸੋ ਇਸੇ ਕਰਕੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਹੈ ਨਾ ਇਹ ਆਖਿਆ ਹੈਗਾ ਕਿ ਵਾਹਿਗੁਰੂ ਜੋ ਉਹ ਅਕਾਲ ਸ਼ਕਤੀ ਕਰਦੀ ਆ ਨਾ, ਜਾਂ ਕਰ ਰਹੀ ਹੈ ਜਾਂ ਕਰੇਗੀ, ਉਹ ਜੋ ਵੀ ਕੁਛ ਕਰਦੀ ਆ ਆਪਣੇ ਆਪ ਦੇ ਵਿੱਚ ਹੋ ਕੇ ਕਰਦੀ ਆ। ਭਾਵ ਕੀ ਆ? ਉਹਦੇ ਕੀਤੇ ਕੰਮ ਦੇ ਵਿੱਚ, ਕਿਸੇ ਹੁਕਮ ਦੇ ਵਿੱਚ ਕਿਸੇ ਦੂਸਰੇ ਦਾ ਕੋਈ ਦਖਲਅੰਦਾਜ਼ੀ ਨਹੀਂ ਹੈ। ਅਗਰ ਕੋਈ ਵੀ ਇਨਸਾਨ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਕਿਸੇ ਚੀਜ਼ ਨੂੰ ਆਪਣੇ ਅਨੁਸਾਰ ਮੋੜਨ ਦਾ, ਭੰਨਣ ਦਾ, ਉਹਨੂੰ ਜੋੜਨ ਦਾ ਯਤਨ ਵੀ ਕਰੇ ਹੈ ਨਾ, ਉਹ ਕਦੀ ਸਫਲ ਨਹੀਂ ਹੋ ਸਕਦਾ। ਕਿਉਂ? ਵਾਹਿਗੁਰੂ ਜੀ ਇਸ ਕੁਦਰਤ ਦੇ ਵਿੱਚ ਰਹਿ ਕੇ ਉਹ ਅਕਾਲ ਸ਼ਕਤੀ ਸਾਰੇ ਕਾਰਜ ਕਰਦੀ ਹੋਈ ਵੀ ਆਪ ਅਲੱਗ ਰਹਿੰਦੀ ਹੈ ਅਤੇ ਇਹ ਕੀਤੇ ਕਾਰਜਾਂ ਨੂੰ ਦੇਖਦੀ ਹੈ। ਪਰ ਇਨਸਾਨ ਜਿਹੜਾ ਤੁਛ ਬੁੱਧੀ ਦਾ ਮਾਲਕ ਹੁੰਦਾ ਹੈਗਾ, ਉਹ ਜਿੰਨਾ ਮਰਜ਼ੀ ਯਤਨ ਕਰ ਲਵੇ, ਉਹ ਇਹਨਾਂ ਅਗੰਮੀ ਭੇਦਾਂ ਨੂੰ ਕਦੀ ਜਾਣ ਨਹੀਂ ਸਕਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਬਸ ਉਸ ਅਕਾਲ ਸ਼ਕਤੀ ਜੀ ਦੇ ਅੱਗੇ ਜਿਹੜੀ ਹੈ ਨਾ ਡੰਡੌਤ ਬੰਦਨਾ ਕਰਨੀ ਬਣਦੀ ਹੈ। ਬਸ ਅਗਰ ਕੋਈ ਉਸ ਅਕਾਲ ਸ਼ਕਤੀ ਦੇ ਅੱਗੇ ਡੰਡੌਤ ਬੰਦਨਾ ਕਰੇ, ਆਪਣਾ ਆਪ ਗਵਾ ਕੇ ਉਸ ਅਕਾਲ ਸ਼ਕਤੀ ਦੇ ਨਾਲ ਪ੍ਰੇਮ ਕਰੇ, ਜੁੜੇ, ਉਹਦੇ ਜਸ ਦੇ ਸੋਲੇ ਗਾਵੇ, ਉਹਦੇ ਵਿੱਚ ਹੀ ਉਸ ਜੀਵ ਆਤਮਾ ਦਾ ਭਲਾ ਹੈ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਜੋ ਵੀ ਰਚਨਾ, ਜੋ ਵੀ ਖੇਡ ਵਾਹਿਗੁਰੂ ਦੀ ਚੱਲਦੀ ਹੈਗੀ ਆ, ਉਹਦੇ ਹੁਕਮ ਦੇ ਵਿੱਚ ਚੱਲਦੀ ਆ। ਹੁਕਮ ਦੇ ਵਿੱਚ ਹੀ ਦਿਨ ਰਾਤ ਬਣਦੇ ਹੈਗੇ ਆ, ਇਨਸਾਨ ਆਉਂਦੇ ਜਾਂਦੇ ਹੈਗੇ ਆ, ਰੁੱਤਾਂ ਆਉਂਦੀਆਂ ਜਾਂਦੀਆਂ ਬਣਦੀਆਂ, ਬਾਰਿਸ਼ਾਂ ਪੈਂਦੀਆਂ ਹੈਗੀਆਂ, ਧੁੱਪਾਂ ਨਿਕਲਦੀਆਂ, ਗਰਮੀ ਸਰਦੀ ਬਸੰਤ ਪਤਝੜ ਸਭ ਹੁੰਦੇ ਆਏ ਆ। ਲੇਕਿਨ ਇਹ ਕੋਈ ਦੱਸ ਨਹੀਂ ਸਕਦਾ ਕਿ ਇਸ ਟਾਈਮ ਕਿੰਨੀ ਗਰਮੀ ਪਵੇਗੀ, ਇਸ ਅੱਗੇ ਕਿੰਨੀ ਠੰਡ ਜਿਹੜੀ ਹੈ ਉਹ ਵਰਤੇਗੀ, ਇਸ ਜਗ੍ਹਾ ਬਰਸਾਤ ਦੇ ਵਿੱਚ ਕਿੰਨਾ ਕਿੱਥੇ ਮੀਂਹ ਪਵੇਗਾ, ਕਿੰਨਾ ਕਿੱਥਾ ਮੌਸਮ ਹੋਵੇਗਾ, ਇਹ ਕੋਈ ਨਹੀਂ ਦੱਸ ਸਕਦਾ। ਪਰ ਉਹ ਕਾਲ ਸ਼ਕਤੀ ਜਿਸ ਨੇ ਇਸ ਬ੍ਰਹਿਮੰਡ ਦੀ ਰਚਨਾ ਕੀਤੀ ਆ, ਇਹ ਸਾਰੀ ਖੇਡ ਬਣਾਈ ਹੈ ਨਾ, ਉਸ ਨੇ ਇਸ ਸਾਰੀ ਖੇਡ ਨੂੰ ਆਪਣੇ ਢੰਗ, ਆਪਣੇ ਸੂਤਰ ਦੇ ਵਿੱਚ ਪਰੋਇਆ ਹੈਗਾ। ਅਤੇ ਉਸ ਨੇ ਇਸ ਅਕਾਲ ਸ਼ਕਤੀ ਨੇ ਜੋ ਇਹ ਰਚਨਾ ਜਿਹੜੀ ਪੈਦਾ ਕੀਤੀ ਆ ਨਾ, ਇਹਦੀ ਉਤਪਤੀ ਤੋਂ ਲੈ ਕੇ ਇਹਦੇ ਅਖੀਰ ਤੱਕ ਇਸ ਦੀ ਸਾਰੀ ਖੇਡ ਨੂੰ ਹੈ ਨਾ ਕਿਸੇ ਜੇਨ ਦੇ ਵਿੱਚ, ਕਿਸੇ ਹੁਕਮ ਦੇ ਵਿੱਚ, ਕਿਸੇ ਦਾਇਰੇ ਦੇ ਵਿੱਚ ਇਸ ਖੇਡ ਸਾਰੀ ਨੂੰ ਇਸ ਤਰ੍ਹਾਂ ਜਿਹੜਾ ਹੈ ਨਾ ਪਰੋ ਕੇ ਰੱਖਿਆ ਹੈਗਾ। ਜਿਵੇਂ ਕੋਈ ਜਿਹੜਾ ਨਾ ਡਾਇਰੈਕਟਰ ਹੈਗਾ, ਉਹ ਕਿਸੇ ਵੀ ਨਾਟਕ ਨੂੰ ਕਹਾਣੀ ਦੇ ਰੂਪ ਦੇ ਵਿੱਚ ਪਹਿਲਾਂ ਹੀ ਨਾ ਪਰੋ ਕੇ ਰੱਖਦਾ ਹੈਗਾ। ਸੋ ਵਾਹਿਗੁਰੂ ਕਿਉਂਕਿ ਉਹ ਅਤ ਸੂਖਮ ਸ਼ਕਤੀ ਹੈਗੀ ਹੈ, ਇਸ ਕਰਕੇ ਇਸ ਦੇ ਅਤ ਸੂਖਮ ਭੇਦ ਜੋ ਬ੍ਰਹਿਮੰਡ ਦੇ ਵਿੱਚ ਹੈ ਨਾ, ਉਹ ਕਿਵੇਂ ਇੱਕ ਦੂਸਰੇ ਦੇ ਨਾਲ ਮਿਲ ਕੇ ਇਸ ਸਾਰੀ ਰਚਨਾ ਨੂੰ ਚਲਾਉਂਦੇ ਹੈਗੇ, ਇਹਦੇ ਬਾਰੇ ਕੋਈ ਜਾਣ ਨਹੀਂ ਸਕਦਾ ਹੈਗਾ। ਸੋ ਕਹਿਣ ਤੋਂ ਭਾਵ ਬਸ ਇੰਨਾ ਹੀ ਹੈ ਕਿ ਉਸ ਅਕਾਲ ਸ਼ਕਤੀ ਦਾ ਜੋ ਹੁਕਮ ਹੈਗਾ, ਉਸ ਹੁਕਮ ਦੇ ਅੱਗੇ ਹਮੇਸ਼ਾ ਆਪਣਾ ਜੋ ਸਿਰ ਹੈ ਨਾ ਉਹ ਨਮਸਕਾਰ ਕਰਕੇ ਉਹਦੇ ਨਾਲ ਜੁੜ ਕੇ ਬਸ ਆਪਣੇ ਆਪ ਨੂੰ ਸਦਾ ਹੀ ਉਸ ਅਕਾਲ ਸ਼ਕਤੀ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਰੱਖਣਾ ਚਾਹੀਦਾ ਹੈਗਾ। ਕਿਉਂ? ਉਹ ਜਗਤ ਮਾਤਾ ਹੈ, ਉਹ ਕਾਲ ਸ਼ਕਤੀ ਜਗਤ ਪਿਤਾ ਹੈ, ਉਹ ਸਮੁੱਚਾ ਪ੍ਰਬੰਧ ਪੂਰੇ ਬ੍ਰਹਿਮੰਡ ਦਾ ਕਰਦੀ ਹੈ। ਅਤੇ ਉਹ ਸ਼ਕਤੀ ਜੋ ਕੁਛ ਕਰ ਰਹੀ ਹੈ ਨਾ ਆਪਣੇ ਹੁਕਮ ਦੇ ਵਿੱਚ ਕਰਦੀ ਆ, ਪਰ ਜੋ ਵੀ ਕੁਛ ਕਰ ਰਹੀ ਹੈਗੀ ਆ ਉਹ ਭਲਾ ਹੀ ਕਰਦੀ ਹੈਗੀ ਆ। ਉਸ ਤੋਂ ਜੋ ਕੁਛ ਹੁੰਦਾ ਹੈ ਸਭ ਸੱਤ ਹੁੰਦਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਆਪ ਸੱਤ ਕੀਆ ਸਭ ਸੱਤ, ਤਿਸ ਪ੍ਰਭ ਤੇ ਸਗਲੇ ਉਤਪਤ। ਕਿ ਉਹਨੇ ਜੋ ਵੀ ਕੁਛ ਕੀਤਾ ਉਹ ਸੱਤ ਕੀਤਾ ਹੈ, ਕਿਉਂਕਿ ਉਹ ਆਪ ਸੱਤ ਵਾ ਅਤੇ ਸਾਰੀ ਜਿਹੜੀ ਉਤਪਤੀ ਹੈ ਨਾ ਉਸ ਤੋਂ ਹੀ ਹੋਈ ਹੈ। ਸੋ ਜੋ ਵੀ ਕੁਛ ਅਕਾਲ ਸ਼ਕਤੀ ਆਪਣੇ ਮੌਜ ਦੇ ਵਿੱਚ, ਆਪਣੀ ਖੇਡ ਦੇ ਵਿੱਚ ਕਰਦੀ ਹੈ ਨਾ, ਇਸ ਸਾਰੀ ਖੇਡ ਨੂੰ ਸੰਸਾਰ ਦੀ ਜਗਤ ਰਚਨਾ ਨੂੰ ਉਤਪੰਨ ਕਰਨ ਤੋਂ ਪਹਿਲਾਂ ਇਹ ਸਾਰੇ ਸਿਸਟਮ ਨੂੰ ਹੈ ਨਾ ਆਪਣੇ ਹਿਸਾਬ ਦੇ ਵਿੱਚ ਪਰੋ ਕੇ ਰੱਖਦੀ ਆ। ਅਤੇ ਇਹ ਜੋ ਸਾਰੀ ਖੇਡ ਕਲਾ ਹੈਗੀ ਆ, ਇਹ ਮਹਾਂਪਰਲੋ ਤੱਕ ਉਹ ਕਾਲ ਸ਼ਕਤੀ ਪਹਿਲਾਂ ਹੀ ਕਿਸੇ ਦਾਇਰੇ ਦੇ ਵਿੱਚ, ਕਿਸੇ ਕਾਨੂੰਨ ਦੇ ਵਿੱਚ, ਕਿਸੇ ਜੇਨ ਦੇ ਵਿੱਚ ਪਰੋ ਕੇ ਚਲਾਉਂਦੀ ਹੈ। ਅਤੇ ਉਹ ਜੋ ਵੀ ਕਰਦੀ ਹੈ ਨਾ ਉਹ ਆਪਣੀ ਮੌਜ ਦੇ ਵਿੱਚ ਕਰਦੀ ਹੈ, ਉਹਦੇ ਵਿੱਚ ਕਿਸੇ ਦਾ ਕੋਈ ਦਖਲਅੰਦਾਜ਼ੀ ਨਹੀਂ ਹੈ।
ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।